ਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ। ਜਬ ਆਪਣੀ ਸ਼ੋਭਾ ਆਪਨ ਸੰਗ ਬਨਾਈ, ਤਬ ਕਬਨ ਮਾਏ ਬਾਪ ਮਿੱਤਰ ਸੁਤ ਭਾਈ। ਜਹ ਸਰਬ ਕਲਾ ਆਪੇ ਪ੍ਰਵੀਨ, ਤਹ ਬੇਦ ਕਤੇਬ ਕਹਾਂ ਕੋ ਚੀਨ। ਜਬ ਆਪਨੇ ਆਪ ਆਪ ਉਰ ਧਾਰੈ, ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਜਹ ਆਪਨ ਊਚ ਆਪਨ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਦ ਬਿਸਮਨ ਬਿਸਮ ਪਰਹਿ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਜਹ ਅਸਲ ਅਛੇਦ ਭੇਦ ਸਮਾਇਆ, ਊਹਾਂ ਕਿਸੈ ਵਿਆਪੈ ਮਾਇਆ। ਆਪਸ ਕੋ ਆਪੈ ਆਦੇਸ਼, ਤਿਹ ਗੁਣ ਕਾ ਨਾਹੀ ਪ੍ਰਵੇਸ਼। ਜਹ ਏਕੈ ਏਕ ਏਕ ਭਗਵੰਤ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਤਹ ਕੌਣ ਅਚਿੰਤ ਤਿਸ ਲਾਗੈ ਚਿੰਤਾ। ਜਹ ਆਪਣੇ ਆਪ ਆਪ ਪਤਿਆਰਾ, ਤਹ ਕੌਣ ਕਥੈ ਕੌਣ ਸੁਨਨੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੈ ਪਹੁੰਚਾ। ਜਹ ਆਪ ਰਚਿਓ ਪੰਚ ਅਕਾਰ, ਤਿਹ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਤਹ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਪਰਮ ਪੈ ਭਾਰ। ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਜਹ ਅਵਗਤ ਭਗਤ ਤੈ ਆਪ, ਜਹ ਪਸਰੈ ਪਸਾਰ ਸੰਤ ਪ੍ਰਤਾਪ। ਦੁਹੂ ਪਾਕਾ ਆਪੈ ਧਨੀ, ਉਨਕੀ ਸ਼ੋਭਾ ਉਨਹੂ ਬਨੀ। ਆਪੈ ਕੌਤਕ ਕਰੈ ਆਨੰਦ ਚੋਜ, ਆਪੈ ਰਸ ਭੋਜਨ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਪਾਵੈ ਤਿਸ ਖੇਲ ਖਿਲਾਵੈ। ਬੇਸ਼ੁਮਾਰ ਅਥਾਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੇ ਦਰਬਾਰ ਅੰਦਰ ਰੋਜ਼ਾਨਾ ਹਾਜ਼ਰੀ ਭਰਦੇ ਹਾਂ। ਆਓ ਗੁਰੂ ਪਿਆਰਿਓ,
ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹਿਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 291। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾਂ ਅੰਦਰ ਆਪਾਂ 21 ਨੰਬਰ ਅਸ਼ਟਪਦੀ ਦਾ ਸ਼ਲੋਕ ਅਤੇ 4 ਬੰਦਾਂ ਦੀ ਵਿਚਾਰ ਕੀਤੀ ਸੀ। ਉਸ ਪ੍ਰਮਾਤਮਾ ਦੇ ਪ੍ਰਥਾਏ, ਵਾਹਿਗੁਰੂ ਦੇ ਪ੍ਰਥਾਏ ਗੁਰੂ ਅਰਜਨ ਸਾਹਿਬ ਨੇ ਬੜਾ ਕੁਝ ਕੱਲ ਆਪਾਂ ਨੂੰ ਸਮਝਾਇਆ। ਉਸੇ ਲੜੀ ਤਹਿਤ ਆ ਜਿਹੜੀ ਵਿਚਾਰ ਸ਼ੁਰੂ ਹੁੰਦੀ ਹੈ ਜੀ 5 ਨੰਬਰ ਬੰਦ ਤੋਂ। ਪਾਤਸ਼ਾਹ ਜੀ ਕਹਿ ਰਹੇ ਨੇ, ਜਬ ਆਪਣੀ ਸ਼ੋਭਾ ਆਪਨ ਸੰਗ ਬਨਾਈ, ਤਬ ਕਬਨ ਮਾਏ ਬਾਪ ਮਿੱਤਰ ਸੁਤ ਭਾਈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਜਦੋਂ ਪ੍ਰਭੂ ਨੇ ਆਪਣੀ ਸ਼ੋਭਾ ਆਪਣੇ ਨਾਲ ਹੀ ਬਣਾਈ ਸੀ, ਭਾਵ ਜਦੋਂ ਕੋਈ ਹੋਰ ਉਸ ਦੀ ਸ਼ੋਭਾ ਕਰਨ ਵਾਲਾ ਨਹੀਂ ਸੀ, ਤਦੋਂ ਕੌਣ ਮਾਂ ਪਿਓ ਮਿੱਤਰ ਪੁੱਤਰ ਜਾਂ ਭਰਾ ਸੀ। ਇਹ ਅੱਖਰੀ ਅਰਥ ਨੇ ਜੀ, ਆਪਾਂ ਅੱਖਰੀ ਅਰਥ ਰੋਜ਼ਾਨਾ ਪੜ੍ਹਦੇ ਹਾਂ। ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਜਦੋਂ ਮਾਲਕ ਪ੍ਰਮਾਤਮਾ ਆਪ ਹੀ ਸੀ। ਆਪਾਂ ਇੱਕ ਬਚਨ ਪੜ੍ਹਦੇ ਹਾਂ ਜੀ, ਅਜੂਨੀ ਸਹਿ ਭੰਗ। ਤੁਸੀਂ ਸਹਿਬ ਭੰਗ ਦਾ ਅਰਥ ਪੜ੍ਹਿਓ। ਪਾਤਸ਼ਾਹ ਜੀ ਕਹਿੰਦੇ ਰੱਬ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਜੇ ਕੋਈ ਸਵਾਲ ਕਰੇ ਵੀ ਰੱਬ ਨੂੰ ਬਣਾਉਣ ਵਾਲਾ ਕੌਣ ਹੈ, ਕੋਈ ਵੀ ਨਹੀਂ। ਜਿਹਦਾ ਪ੍ਰਕਾਸ਼ ਹੀ ਆਪਣੇ ਆਪ ਤੋਂ। ਹਾਂ, ਸਾਨੂੰ ਸਾਜਣ ਵਾਲਾ, ਦੁਨੀਆ ਸਾਜਣ ਵਾਲਾ, ਸੰਸਾਰ ਸਾਜਣ ਵਾਲਾ ਪਰਮਾਤਮਾ ਹੈ। ਪਰਮਾਤਮਾ ਨੂੰ ਬਣਾਉਣ ਵਾਲਾ ਕੋਈ ਨਹੀਂ। ਸਭ ਤੋਂ ਵੱਡੀ ਕੁਆਲਿਟੀ ਇਹੀ ਹੈ ਜੀ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਦਿਨ ਬਣਾ ਦਿੱਤਾ, ਰਾਤਾਂ ਬਣਾ ਦਿੱਤੀਆਂ, ਰਾਤੀ ਰੁੱਤੀ ਤਿੱਥੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ। ਰੱਬ ਦੀ ਵਡਿਆਈ ਹੈ, ਪਰਮਾਤਮਾ ਦੀ ਵਡਿਆਈ ਹੈ। ਇੱਥੇ ਮਹਾਰਾਜ ਕਹਿ ਰਹੇ ਨੇ, ਜਦੋਂ ਰੱਬ ਦੀ ਵਡਿਆਈ ਕਰਨ ਵਾਲਾ ਨਾ ਮਾਂ ਸੀ, ਨਾ ਪਿਓ ਸੀ, ਨਾ ਮਿੱਤਰ ਸੀ, ਨਾ ਪੁੱਤਰ ਸੀ, ਉਦੋਂ ਵੀ ਉਹਦਾ ਮਾਲਕ ਦਾ ਪਸਾਰਾ ਸੀ ਦੁਨੀਆ ਦੇ ਉੱਤੇ, ਸੰਸਾਰ ਦੇ ਉੱਤੇ। ਇੱਥੇ ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਦੱਸ ਰਹੇ ਨੇ, ਜਬ ਆਪਣੀ ਸ਼ੋਭਾ ਆਪਨ ਸੰਗ ਬਨਾਈ, ਤਬ ਕਬਨ ਮਾਏ ਬਾਪ ਮਿੱਤਰ ਭਾਈ। ਉਦੋਂ ਕਿਹੜੀ ਮਾਂ, ਕਿਹੜਾ ਬਾਪ, ਕਿਹੜਾ ਮਿੱਤਰ, ਕਿਹੜਾ ਭਾਈ ਸੀ। ਜੈ ਸਰਬ ਕਲਾ ਆਪੇ ਪ੍ਰਵੀਨ, ਤੈ ਵੇਦ ਕਤੇਬ ਕਹਾਂ ਕੋ ਚੀਨ। ਪ੍ਰਵੀਨ ਦਾ ਅਰਥ ਹੁੰਦਾ ਜੀ ਸਿਆਣਾ, ਸੂਝਵਾਨ। ਜਦੋਂ ਪ੍ਰਮਾਤਮਾ ਸਰਬ ਕਲਾ ਸਮਰੱਥ ਵਾਹਿਗੁਰੂ ਆਪ ਹੀ ਸੀ, ਉਹ ਪ੍ਰਵੀਨ ਪ੍ਰਮਾਤਮਾ ਆਪ ਹੀ ਸੀ। ਗੁਰੂ ਸਾਹਿਬ ਜੀ ਕਹਿੰਦੇ, ਤਦੋਂ ਕੋਈ ਵੇਦਾਂ ਨੂੰ, ਕਤੇਬਾਂ ਨੂੰ ਵਿਚਾਰਨ ਵਾਲਾ ਕੌਣ ਸੀ, ਚੀਨਣ ਵਾਲਾ ਕੌਣ ਸੀ। ਪਾਤਸ਼ਾਹ ਜੀ ਕਹਿ ਰਹੇ ਨੇ, ਤਦੋਂ ਕਿਸੇ ਨੇ ਕੋਈ ਨਾ ਹਿੰਦੂ ਧਰਮ ਦੀ ਪੁਸਤਕ, ਕਤੇਬਾਂ, ਮੁਸਲਮਾਨ ਧਰਮ ਦੀਆਂ ਪੁਸਤਕਾਂ ਜਿਹੜੇ ਕਤੇਬਾਂ ਨੇ, ਨਾ ਕੋਈ ਉਹਨਾਂ ਨੂੰ ਵਿਚਾਰਦਾ ਸੀ। ਭਾਵ ਜਦੋਂ ਕੋਈ ਗ੍ਰੰਥ ਨਹੀਂ ਸੀ, ਕੋਈ ਇਹ ਧਾਰਮਿਕ ਗ੍ਰੰਥ ਨਹੀਂ ਸੀ, ਉਦੋਂ ਵੀ ਪ੍ਰਮਾਤਮਾ ਦਾ ਪਸਾਰਾ ਸੀ। ਇਹ ਗੱਲ ਮਹਾਰਾਜ ਸਮਝਾ ਰਹੇ ਨੇ। ਮਹਾਰਾਜ ਕਹਿ ਰਹੇ ਨੇ, ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ, ਜਬ ਆਪਨ ਆਪ ਆਪ ਧਾਰੈ, ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਪਾਤਸ਼ਾਹ ਜੀ ਕਹਿੰਦੇ, ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਹੈ, ਰੱਬ ਨੇ ਆਪਣੇ ਆਪ ਅੰਦਰ ਆਪ ਹੀ ਟਿਕਾਇਆ ਹੋਇਆ, ਮਾਲਕ ਪ੍ਰਮਾਤਮਾ ਟਿਕਿਆ ਹੋਇਆ, ਰਮਿਆ ਹੋਇਆ। ਇਹ ਉਸ ਪਸਾਰੇ ਦੀ, ਉਸ ਸੰਦਰਭ ਅੰਦਰ ਆਪਾਂ ਗੱਲ ਕਰ ਰਹੇ ਹਾਂ, ਜਦੋਂ ਕੋਈ ਜੀਵ ਦੁਨੀਆ ਤੇ ਨਹੀਂ ਆਇਆ ਸੀ, ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ, ਉਦੋਂ ਵੀ ਪਰਮਾਤਮਾ ਸੀ ਤੇ ਸ੍ਰਿਸ਼ਟੀ ਦੇ ਨਾਲ ਵੀ ਹੈ। ਪਾਤਸ਼ਾਹ ਜੀ ਇੱਥੇ ਹੀ ਗੱਲ ਕਹਿ ਰਹੇ ਨੇ, ਜਬ ਆਪਨ ਆਪ ਆਪ ਉਰ ਧਾਰੈ, ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਹੁਣ ਇਹ ਦੋ ਸ਼ਬਦ ਨੇ ਜੀ, ਸ਼ਗਨ ਤੇ ਅਪਸ਼ਗਨ, ਦੋ ਸ਼ਬਦ ਨੇ।
ਇਹ ਸ਼ਬਦ ਵੀ ਸ਼ਗਨਾਂ ਦੇ ਦਿਨ ਆ ਗਏ, ਖੁਸ਼ੀ ਦਾ ਮਾਹੌਲ ਆ ਗਿਆ। ਘਰ ਦੇ ਅੰਦਰ ਪੁੱਤਰ ਦਾ ਵਿਆਹ ਹੁੰਦਾ, ਧੀ ਦਾ ਵਿਆਹ ਹੁੰਦਾ, ਆਪਾਂ ਕਿ ਸ਼ਗਨਾਂ ਦੇ ਦਿਨ ਆ ਗਏ। ਅਪਸ਼ਗਨ ਪਤਾ ਕੀ ਹੁੰਦਾ? ਭੈੜਾ ਸ਼ਗਨ। ਗੁਰਬਾਣੀ ਨੇ ਕੋਈ ਸਮਾਂ ਭੈੜਾ ਨਹੀਂ ਮੰਨਿਆ। ਗੁਰਬਾਣੀ ਨੇ ਕੋਈ ਦਿਨ, ਕੋਈ ਥਿਤਵਾਦ ਮਾੜੀ ਨਹੀਂ ਮੰਨੀ। ਹੁਣ ਇੱਥੇ ਇੱਕ ਸਵਾਲ ਪੈਦਾ ਪਤਾ ਕੀ ਹੁੰਦਾ? ਜਿਹੜਾ ਬੰਦਾ ਕਹਿੰਦਾ ਵੀ ਆਹ ਦਿਨ ਮਾੜਾ ਹੁੰਦਾ ਜੀ, ਆਹ ਦਿਨ ਚੰਗਾ ਹੁੰਦਾ, ਆਹ ਥਿਤ ਵਧੀਆ, ਆਹ ਥਿਤ ਮਾੜੀ ਹੈ, ਫਿਰ ਬਣਾਇਆ ਸਭ ਕੁਝ ਕਿਹਨੇ ਹੈ? ਕਦੇ ਤੁਸੀਂ ਜ਼ੋਰ ਪਾ ਕੇ ਦੇਖਿਓ ਦਿਮਾਗ ਉੱਤੇ ਵੀ ਬਣਾਉਣ ਵਾਲਾ ਇੱਕ ਪਰਮਾਤਮਾ ਹੈ। ਅਸੀਂ ਪਰਮਾਤਮਾ ਦੀ ਬਣਾਈ ਕੁਦਰਤ ਅੰਦਰ ਨੁਕਸ ਕੱਢਣ ਵਾਲੇ ਕੌਣ ਹੁੰਦੇ ਆ? ਸਾਡੇ ਤੇ ਸਵਾਲ ਆ ਗਿਆ ਨਾ। ਜਦੋਂ ਮਹਾਰਾਜ ਕਹਿੰਦੇ ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਝ ਬਣਾਉਣਾ ਸੀ ਰੱਬ ਨੇ ਬਣਾ ਦਿੱਤਾ, ਸਾਜ ਦਿੱਤਾ, ਫਿਰ ਅਸੀਂ ਉਹਦੇ ਰੱਬ ਦੇ ਬਣਾਏ ਅੰਦਰ ਨੁਕਸ ਨਹੀਂ ਕੱਢ ਸਕਦੇ। ਕੋਈ ਦਿਨ ਮਾੜਾ ਨਹੀਂ ਹੁੰਦਾ, ਕੋਈ ਦਿਨ ਮਾੜਾ ਨਹੀਂ। ਮਹਾਰਾਜ ਕਹਿੰਦੇ ਮਾੜਾ ਦਿਨ ਪਤਾ ਕਦੋਂ ਬਣਦਾ? ਜਦੋਂ ਬੰਦੇ ਦੇ ਮਨ ਅੰਦਰੋਂ, ਮਨੁੱਖ ਦੇ ਮਨ ਅੰਦਰੋਂ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ, ਫਿਰ ਸਭ ਕੁਝ ਮਾੜਾ ਬਣ ਜਾਂਦਾ ਹੈ। ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਸ਼ਗਨ ਅਪਸ਼ਗਨ, ਪਾਤਸ਼ਾਹ ਜੀ ਇੱਥੇ ਇਹ ਗੱਲ ਕਹਿ ਰਹੇ ਨੇ ਜੀ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ ਜਦੋਂ ਪ੍ਰਮਾਤਮਾ ਨੇ ਆਪ ਹੀ ਸਭ ਕੁਝ ਬਣਾਇਆ, ਸਭ ਕੁਝ ਸਾਜਿਆ, ਆਪਣੇ ਆਪ ਅੰਦਰ ਆਪ ਹੀ ਉਸ ਮਾਲਕ ਨੇ ਟਿਕਾਇਆ ਹੋਇਆ, ਆਪ ਹੀ ਬੈਠਾ ਹੈ, ਤਦੋਂ ਚੰਗੇ ਅਤੇ ਮੰਦੇ ਦਾ ਸ਼ਗਨ ਕੌਣ ਕਰਦਾ ਸੀ? ਚੰਗਾ ਅਤੇ ਮੰਦਾ। ਆਪਾਂ ਕਈ ਵਾਰ ਕਿਸੇ ਵੀ ਤੁਸੀਂ ਪੱਖ ਦੇ ਗੱਲ ਕਰੋਗੇ ਨਾ, ਆਪਾਂ ਹਰ ਇੱਕ ਸਮਾਂ ਵੇਖਦੇ ਹਾਂ, ਸਮਾਂ ਕਢਾ ਲਓ, ਦਿਨ ਕਢਾ ਲਓ, ਸਤਿਗੁਰੂ ਮਹਾਰਾਜ ਨੂੰ ਪੁੱਛੀਏ ਬਾਣੀ ਦੇ ਅੰਦਰੋਂ ਮਹਾਰਾਜ ਕੀ ਕਹਿੰਦੇ ਨੇ। ਪੱਤਰੀ ਖਲਾਉਣੀ, ਪੱਤਰੀ ਬਾਚਣੀ, ਬਹੁਤ ਵਾਰੇ ਸ਼ਬਦ ਆਉਣਗੇ ਗੁਰਬਾਣੀ ਅੰਦਰ। ਸਤਿਗੁਰੂ ਮਹਾਰਾਜ ਕਹਿੰਦੇ ਮਨ ਕੀ ਪੱਤਰੀ ਬਾਚਣੀ ਸੁਖੀਓ ਸੁਖਸਾਰ। ਪਹਿਲਾਂ ਆਪਣੇ ਮਨ ਵਾਲੀ ਪੱਤਰੀ ਬਾਚ। ਕਈ ਵਾਰ ਅਸੀਂ ਪੁੱਤਰ ਧੀ ਦਾ ਵਿਆਹ ਕਰਦੇ ਹਾਂ, ਕਿੰਨਾ ਕੁਝ ਖਲਾਉਂਦੇ ਹਾਂ ਜੀ। ਸਿੱਖ ਨੂੰ ਪਤਾ ਮਹਾਰਾਜ ਨੇ ਕੀ ਕਿਹਾ? ਕਿਤੇ ਵੀ ਜਾਣ ਦੀ ਲੋੜ ਨਹੀਂ, ਆਪਾਂ ਸਾਰੇ ਸਿੱਖ ਹੀ ਬੈਠੇ ਹਾਂ ਜੀ, ਕਿਤੇ ਵੀ ਜਾਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਦਿਨ ਪੱਕਾ ਕੀਤਾ ਜਾ ਸਕਦਾ ਵਿਆਹ ਦਾ, ਸ਼ਗਨਾਂ ਦਾ। ਇਸ ਭਰਮ ਦੇ ਵਿੱਚੋਂ ਨਿਕਲ ਜਾਈਏ ਆਮ ਕਰਕੇ, ਕਿਉਂਕਿ ਆਪਾਂ ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਨਾ, ਪਰਿਵਾਰਕ ਤੌਰ 'ਤੇ ਗੱਲ ਕਰਦੇ ਹਾਂ, ਨੌਜਵਾਨ ਵੀਰ ਬਜ਼ੁਰਗ ਨੇ ਜਿਹੜੇ ਬਹੁਤੇ ਇਹਨਾਂ ਗੱਲਾਂ 'ਚੋਂ ਨਿਕਲ ਜਾਂਦੇ ਨੇ, ਪਰ ਜਿਹੜੀਆਂ ਮਾਈਆਂ ਨੇ ਉਹ ਨਿਕਲ ਨਹੀਂ ਦਿੰਦੀਆਂ। ਨਹੀਂ ਆ ਵੀ ਹੁੰਦਾ, ਆ ਵੀ ਹੁੰਦਾ, ਪਰ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ। ਪਾਤਸ਼ਾਹ ਜੀ ਕਹਿ ਰਹੇ ਨੇ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਉਦੋਂ ਚੰਗਾ ਤੇ ਮੰਦਾ ਕੌਣ ਵਿਚਾਰ ਕਰਦਾ ਸੀ? ਜਦੋਂ ਪ੍ਰਮਾਤਮਾ ਨੇ ਆਪਣੇ ਆਪ ਨੂੰ ਆਪਣੇ ਆਪ ਵਿੱਚ ਟਿਕਾਇਆ ਹੋਇਆ ਸੀ। ਨਾ ਕੋਈ ਸ਼ਗਨ ਦੀ ਵਿਚਾਰ ਕਰਦਾ ਸੀ, ਨਾ ਅਪਸ਼ਗਨ ਦੀ ਵਿਚਾਰ ਕਰਦਾ ਸੀ। ਇਹ ਤਾਂ ਖਿਆਲ ਹੀ ਸੰਸਾਰ ਨਾਲ ਪ੍ਰਚਲਿਤ ਹੋ ਗਏ ਵੀ ਆਹ ਦਿਨ ਚੰਗਾ ਹੋ ਗਿਆ ਜੀ, ਆਹ ਦਿਨ ਮਾੜਾ ਹੋ ਗਿਆ ਜੀ। ਪਿੱਛੋਂ ਆਵਾਜ਼ ਮਾਰਦੀ ਤੇਰਾ ਕੰਮ ਨਹੀਂ ਬਣਨਾ, ਰੁਕ ਜਾ ਹੁਣ ਤੂੰ। ਪਤਾ ਨਹੀਂ ਕਿੰਨੀਆਂ ਗੱਲਾਂ ਹੋਰ ਸਮਾਜ ਅੰਦਰ ਹਾਵੀ ਨੇ। ਸੋ ਖੈਰ ਗੁਰੂ ਕਿਰਪਾ ਕਰਨ ਇਹਨਾਂ ਤੋਂ ਮੁਕਤ ਹੋਈਏ। ਗੁਰੂ ਸਾਹਿਬ ਜੀ ਅੱਗੇ ਕਹਿ ਰਹੇ ਨੇ ਜੈ ਆਪਨ ਊਚ ਆਪਨ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਸਤਿਗੁਰ ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਮਾਲਕ ਵਾਹਿਗੁਰੂ ਨੇ, ਪਾਤਸ਼ਾਹ ਜੀ ਨੇ ਉਸ ਮਾਲਕ ਵਾਹਿਗੁਰੂ ਨੇ ਸਭ ਕੁਝ ਬਣਾ ਦਿੱਤਾ। ਜੈ ਆਪਨ ਊਚ ਆਪਣੇ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਏ ਚੇਰਾ। ਜਦੋਂ ਮਾਲਕ ਪ੍ਰਮਾਤਮਾ ਨੇ ਸਭ ਕੁਝ ਬਣਾ ਹੀ ਦਿੱਤਾ, ਸਭ ਨੂੰ ਸਾਜ ਦਿੱਤਾ, ਫਿਰ ਇੱਥੇ ਮਹਾਰਾਜ ਕਹਿੰਦੇ ਕਿਹੜਾ ਨੇੜੇ ਹੈ। ਨੇੜਾ ਦਾ ਅਰਥ ਹੁੰਦਾ ਜੀ ਨੇੜੇ, ਕਿਹੜਾ ਦੂਰ ਹੈ। ਸਭ ਕਰਮਾਂ ਦੀ ਖੇਡ ਹੈ। ਕਰਮਾਂ ਕਰਕੇ ਨੇੜੇ ਹੋ ਗਿਆ, ਕਰਮਾਂ ਕਰਕੇ ਦੂਰ ਹੋ ਗਿਆ। ਜਦੋਂ ਮਾਲਕ ਵਾਹਿਗੁਰੂ ਆਪਣੇ ਆਪ ਵਿੱਚ ਆਪ ਹੀ ਸੀ, ਪਾਤਸ਼ਾਹ ਜੀ ਕਹਿੰਦੇ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ। ਉਦੋਂ ਠਾਕੁਰ ਕੌਣ ਆ ਤੇ ਸੇਵਕ ਕੌਣ ਹੈ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ। ਆਪ ਮਹਾਰਾਜ ਕਹਿੰਦੇ ਤੇਰੇ ਕੌਤਕ ਵੇਖ ਕੇ,
ਤੇਰੇ ਰੰਗ ਤਮਾਸ਼ੇ ਵੇਖ ਕੇ, ਤੇਰੀ ਇਸ ਵਡਿਆਈ ਨੂੰ ਵੇਖ ਕੇ ਸਤਿਗੁਰੂ ਜੀ ਕਹਿ ਰਹੇ ਨੇ, ਹੇ ਪ੍ਰਭੂ, ਹੇ ਨਾਨਕ ਪ੍ਰਭੂ ਅੱਗੇ ਅਰਦਾਸ ਕਰ ਕਿ ਆਖ, ਹੇ ਪ੍ਰਭੂ ਤੂੰ ਆਪਣੀ ਗਤ ਆਪ ਹੀ ਜਾਣਦਾ। ਜੀਵ ਤੇਰੀ ਗਤ ਭਾਲਦੇ ਹੈਰਾਨ ਹੋ ਕੇ ਅਚਰਜ ਹੋ ਰਹੇ ਨੇ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ, ਜੈ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪੈ ਮਾਇਆ। ਅਛਲ ਦਾ ਅਰਥ ਹੁੰਦਾ ਜੀ ਛਲਿਆ ਨਹੀਂ ਜਾਂਦਾ, ਜਿਹਨੂੰ ਕੋਈ ਧੋਖਾ ਨਹੀਂ ਦੇ ਸਕਦਾ। ਰੱਬ ਨੂੰ ਕੋਈ ਧੋਖਾ ਦੇ ਸਕਦਾ ਜੀ? ਨਹੀਂ ਦੇ ਸਕਦਾ। ਜੇ ਕੋ ਆਖੇ ਮੈਂ ਪਾਪ ਕਰਾਂਗਾ, ਮੈਂ ਫਲਾਣਾ ਕੰਮ ਕਰਾਂਗਾ, ਇੱਥੇ ਕਿਹੜਾ ਮੈਨੂੰ ਕੋਈ ਵੇਖਦਾ? ਰੱਬ ਨੂੰ ਤੂੰ ਧੋਖਾ ਨਹੀਂ ਦੇ ਸਕਦਾ। ਜਿਹੜਾ ਵੀ ਕੰਮ ਕਰਦਾ ਨਾ, ਰਿਜ਼ਲਟ ਇਹਦਾ ਛੇਤੀ ਆ ਜਾਣਾ। ਅਛਲ ਅਛੇਦ, ਜੈ ਅਛਲ ਅਛੇਦ ਅਭੇਦ ਸਮਾਇਆ, ਜਿਹੜਾ ਅਭੇਦ ਹੈ ਸਮਾਇਆ ਹੋਇਆ, ਊਹਾਂ ਕਿਸੇ ਵਿਆਪਤ ਮਾਇਆ। ਸਤਿਗੁਰ ਮਹਾਰਾਜ ਕਹਿੰਦੇ ਉਸ ਮਾਲਕ ਨੂੰ, ਉਸ ਵਾਹਿਗੁਰੂ ਨੂੰ ਮਾਇਆ ਪੋਹ ਨਹੀਂ ਸਕਦੀ, ਜਿੱਥੇ ਟਿਕਿਆ ਹੋਇਆ ਉਹ। ਅੱਗੇ ਮਹਾਰਾਜ ਕਹਿ ਰਹੇ ਨੇ, ਆਪਸ ਕਉ ਆਪੈ ਆਦੇਸ਼, ਤੇ ਗੁਣ ਕਾ ਨਾਹੀ ਪ੍ਰਵੇਸ਼। ਤਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਤੇ ਮਾਇਆ ਦੇ 3 ਗੁਣਾਂ ਤੋਂ, ਜਿਹੜੇ ਮਾਇਆ ਦੇ 3 ਗੁਣ ਨੇ ਜੀ, ਮਾਇਆ ਦੇ 3 ਗੁਣਾਂ ਦਾ ਉਸ ਉੱਤੇ ਕੋਈ ਅਸਰ ਨਹੀਂ ਪੈ ਸਕਦਾ। ਸਤਿਗੁਰੂ ਜੀ ਕਹਿ ਰਹੇ ਨੇ, ਜਬ ਏਕੈ ਏਕ ਏਕ ਭਗਵੰਤ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤ। ਜਦੋਂ ਇੱਕ ਪ੍ਰਮਾਤਮਾ, ਇੱਕ ਮਾਲਕ ਵਾਹਿਗੁਰੂ ਆਪ ਭਗਵੰਤ ਸੀ, ਸਭ ਕੁਝ ਕਰਨ ਵਾਲਾ ਸੀ, ਤਾਂ ਕਿਹਨੂੰ ਚਿੰਤਾ ਸੀ? ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਕਿਹੜਾ ਚਿੰਤਾ ਵਿੱਚ ਰਹਿ ਰਿਹਾ ਸੀ? ਕਿਹੜਾ ਫਿਕਰਾਂ ਦੇ ਵਿੱਚ ਡੁੱਬਿਆ ਪਿਆ ਸੀ? ਜੈ ਆਪਨ ਆਪ ਆਪ ਤਿਆਰਾ, ਤੈ ਕੌਣ ਕਰੈ ਕੌਣ ਸੁਣਨੇ ਹਾਰਾ। ਜਦੋਂ ਸਭ ਕੁਝ ਉਹ ਆਪ ਹੀ ਬਣਾਉਣ ਵਾਲਾ, ਆਪ ਹੀ ਸਾਜਣ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ, ਤੇ ਕੌਣ ਕਥੈ ਕੌਣ ਸੁਣਨੇ ਹਾਰਾ। ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ, ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਹੈ, ਤਦੋਂ ਕੌਣ ਬੋਲਦਾ ਸੀ ਤੇ ਕੌਣ ਸੁਣਦਾ ਸੀ। ਜੇ ਕੋ ਆਖੇ ਮੈਂ ਰੱਬ ਨੂੰ ਬੋਲ ਕੇ ਪਤਿਆ ਲਵਾਂਗਾ, ਅੱਲਾ ਅੱਲਾ ਕਹਿ ਕੇ, ਰੱਬ ਰੱਬ ਕਹਿ ਕੇ ਉਹਨੂੰ ਖੁਸ਼ ਕਰ ਲਵਾਂਗਾ। ਭਾਈ ਜਦੋਂ ਇੱਥੇ ਕੋਈ ਹੈ ਹੀ ਨਹੀਂ ਸੀ, ਆਪ ਹੀ ਸੀ, ਉਹ ਆਪਣੇ ਆਪ ਨੂੰ ਆਪ ਹੀ ਪਤਿਆਉਣ ਵਾਲਾ ਸੀ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੈ ਪਹੁੰਚਾ। ਤੂੰ ਬੇਅੰਤਾ ਮਾਲਕ, ਹੇ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਆਪਸ ਕੋ ਆਪੈ ਪਹੁੰਚਾ, ਆਪਣੀ ਗਤਮਿਤ, ਹੇ ਪ੍ਰਭੂ ਤੂੰ ਬੜਾ ਬੇਅੰਤ ਹੈ, ਬਹੁਤ ਉੱਚਾ ਹੈ, ਆਪਣੇ ਤੱਕ ਆਪ ਹੀ ਅੱਪੜਨ ਵਾਲਾ ਹੈ। ਤੂੰ ਆਪਣੇ ਵਾਲੇ ਆਪ ਹੀ, ਆਪਣੇ ਬਾਰੇ ਆਪ ਹੀ ਜਾਣਦਾ। ਅੱਗੇ ਮਹਾਰਾਜ ਕਹਿ ਰਹੇ ਨੇ, ਜੈ ਆਪ ਰਚਿਓ ਪ੍ਰਪੰਚ ਆਕਾਰ, ਤੇ ਗੁਣ ਮੈਂ ਕੀਨੋ ਵਿਸਥਾਰ। ਸਾਰਾ ਪ੍ਰਪੰਚ ਰਚਣ ਵਾਲਾ ਵੀ ਤੂੰ ਹੈ, 3 ਗੁਣਾਂ ਨੂੰ, ਮਾਇਆ ਦੇ 3 ਗੁਣ ਵੀ ਬਣਾਉਣ ਵਾਲਾ ਤੂੰ ਹੈ। ਪਾਪ ਪੁੰਨ ਤੈ ਭਈ ਕਹਾਵਤ, ਕਉ ਨਰ ਕਉ ਸੁਰਗ ਬੰਛਾਵਤ। ਸਤਿਗੁਰ ਮਹਾਰਾਜ ਕਹਿੰਦੇ, ਜਦੋਂ ਇਹ ਗੱਲ ਚੱਲ ਪਈ ਕਿ ਪਾਪ ਤੇ ਪੁੰਨ ਹੈ, ਤਦੋਂ ਜੀਵ ਨਰਕਾਂ ਦਾ ਭਾਗੀ, ਕੋਈ ਸਵਰਗਾਂ ਦਾ ਭਾਗੀ ਚਾਹ ਬਣਦਾ ਹੈ। ਮੈਂ ਸਵਰਗ ਅੰਦਰ ਜਾਵਾਂ, ਮੈਂ ਨਰਕ ਅੰਦਰ ਜਾਵਾਂ। ਮਹਾਰਾਜ ਕਹਿ ਰਹੇ ਨੇ, ਜਿਹੋ ਜਿਹਾ ਕਰਮ ਕਰਦਾ ਹੋ ਜਾ ਉਹਨੂੰ ਫਲ ਮਿਲ ਹੀ ਜਾਂਦਾ। ਇੱਥੇ ਜਿਹੜੇ ਆਪਾਂ ਵਚਨ ਪੜ੍ਹਿਆ ਜੀ, ਪਾਪ ਪੁੰਨ ਤੇ ਪਈ ਕਹਾਵਤ। ਸਤਿਗੁਰ ਮਹਾਰਾਜ ਕਹਿੰਦੇ ਇਹ ਗੱਲ ਹੈ, ਕੋ ਨਰਕ ਕੋ ਸੁਰਗ ਬੰਛਾਵਤ। ਕੋ ਨਰਕਾਂ ਦੇ ਵਿੱਚ ਹੈ, ਕੋਈ ਸਵਰਗਾਂ ਦੇ ਵਿੱਚ ਹੈ। ਇੱਥੇ ਦੁਨੀਆ ਦੇ ਉੱਤੇ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ। ਇੱਥੇ ਮਾਇਆ ਦਾ ਪਸਰ ਜਾਣਾ, ਮਾਇਆ ਬੜੀ ਪਸਰੀ ਹੋਈ ਹੈ। ਹਉਮੈ ਹੰਕਾਰ ਦੇ ਵਿੱਚ ਜੀਵ ਰੋ ਰਿਹਾ, ਬਿਲਕ ਰਿਹਾ। ਦੁੱਖ ਸੂਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਵਖਿਆਨ। ਪਾਤਸ਼ਾਹ ਜੀ ਕਹਿ ਰਹੇ ਨੇ, ਦੁੱਖ ਅਤੇ ਸੁੱਖ ਅੰਦਰ, ਮਾਨ ਅਤੇ ਅਪਮਾਨ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਹਉਮੈ ਮੋਹ ਭਰਮ ਪੈ ਭਾਰ, ਦੁੱਖ ਸੁੱਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਵਖਿਆਨ। ਕਿੰਨੇ ਜੀਵ ਹੰਕਾਰ ਦੇ ਵਿੱਚ ਜੀ ਰਹੇ ਨੇ, ਦੁੱਖਾਂ ਦੇ ਵਿੱਚ ਜੀ ਰਹੇ ਨੇ, ਘਰਾਂ ਦੇ ਧੰਦੇ ਮਾਇਆ ਦੇ ਬੰਧਨਾਂ ਵਿੱਚ, ਹੰਕਾਰ ਵਿੱਚ, ਮੋਹ ਵਿੱਚ, ਅਨੇਕਾਂ ਤਰ੍ਹਾਂ ਦੇ ਭੁਲੇਖਿਆਂ ਵਿੱਚ। ਪਾਤਸ਼ਾਹ ਜੀ ਕਹਿੰਦੇ ਆਦਰ ਤੇ ਨਿਰਾਦਰੀ ਵਿੱਚ
ਇਹੋ ਜਿਹੀਆਂ ਕਈ ਕਿਸਮਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ। ਪਾਤਸ਼ਾਹ ਜੀ ਅੱਗੇ ਸਮਝਾ ਰਹੇ ਨੇ, ਹਉਮੈ ਮੋਹ ਪਰਮ ਪੈ ਭਾਰ, ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕਿਉ ਬਖਿਆਨ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਰੱਬ ਜੀ, ਵਾਹਿਗੁਰੂ ਜੀ, ਤੇਰਾ ਖੇਡ ਆ ਜੋ ਸੰਸਾਰ ਉੱਤੇ ਵਰਤਾਰਾ ਵਰਤ ਰਿਹਾ, ਚੱਲ ਰਿਹਾ। ਅੱਗੇ ਮਹਾਰਾਜ 8 ਨੰਬਰ ਬੰਦ ਅੰਦਰ ਕਹਿ ਰਹੇ ਨੇ ਜੀ, ਜਬ ਅਵਗਤ ਭਗਤ ਤੇ ਆਪ, ਜੈ ਪਸਰੈ ਪਸਾਰ ਸੰਤ ਪ੍ਰਤਾਪ। ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਜਦੋਂ ਨਾ ਦਿਸਣ ਵਾਲਾ ਰੱਬ ਪ੍ਰਭੂ ਉੱਥੇ ਉਸ ਭਗਤ ਦਾ ਹੈ, ਜਿੱਥੇ ਭਗਤ ਹੈ ਉੱਥੇ ਉਹ ਆਪ ਪ੍ਰਭੂ ਹੀ ਵਸ ਜਾਂਦਾ ਹੈ। ਭਗਤ ਦੇ ਹਿਰਦੇ ਅੰਦਰ ਜੈ ਪਸਰੈ ਪਸਾਰ ਸੰਤ ਪ੍ਰਤਾਪ, ਸੰਤ ਦੇ ਪ੍ਰਤਾਪ ਰਾਹੀਂ ਉਹ ਦਿਸ ਪੈਂਦਾ। ਦੁਹੂ ਪਾਕਾ ਆਪੈ ਧਨੀ, ਉਨਕੀ ਸ਼ੋਭਾ ਉਹਨੂੰ ਬਣੀ। ਪਾਤਸ਼ਾਹ ਜੀ ਅੱਗੇ ਸਮਝਾ ਰਹੇ ਨੇ ਜੀ, ਹਰ ਥਾਂ ਤੇ ਰਹਿਣ ਵਾਲਾ ਉਹ ਰੱਬ ਆਪ ਹੈ। ਆਪਾਂ ਸਮਝ ਰਹੇ ਸੀ ਪ੍ਰਭੂ ਆਪਣੀ ਸ਼ੋਭਾ ਆਪ ਹੀ ਜਾਣਦਾ। ਸੰਤ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ, ਇਹਨਾਂ ਦੋਨਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੀ ਹੈ। ਅੱਗੇ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਜੀ, ਆਪਣੇ ਕੌਤਕ ਆਪੇ ਕੌਤਕ ਕਰੇ ਆਨੰਦ ਚੋਜ, ਆਪੇ ਰਸ ਭੋਜਨ ਨਿਰਜੋਗ। ਆਪਣੇ ਕੌਤਕਾਂ ਨੂੰ ਵੀ ਜਾਣਨ ਵਾਲਾ ਉਹ ਆਪ ਹੀ ਹੈ। ਬੜੇ ਰੰਗ ਭੋਜਨ ਨਿਰਜੋਗ ਸਭ ਕੁਝ ਉਹ ਆਪ ਹੀ ਹੈ। ਰੰਗ ਮਾਨਣ ਵਾਲਾ, ਜਿਸ ਭਾਵ ਹੈ ਤਿਸ ਆਪਨ